हाँ जी नमस्कार जी, स्वागत है ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ। ਤਾਂ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਉਹ ਰਹਿਣ ਵਾਲਾ ਆਪਣਾ ਸਰਜੀਕਲ ਇਨਸਟਰੂਮੈਂਟ ਦੇ ਉੱਤੇ। ਜਿਹੜੇ ਵੀ ਸਰਜੀਕਲ ਇਨਸਟਰੂਮੈਂਟ ਹੁੰਦੇ ਨੇ ਉਹਦੇ ਰਿਲੇਟਡ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ। ਨਾਲੇ ਜਿਹੜੀਆਂ ਇਮੇजेस ਨੇ, ਫੋਟੋਆਂ ਨੇ, ਉਹ ਵੀ ਨਾਲੇ ਅਟੈਚ ਕੀਤੀਆਂ ਹੋਈਆਂ ਨੇ ਤਾਂ ਕਿ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋ ਜੇ ਕਿਹੜੇ ਆਈਟਮ ਨੂੰ ਹਸਪਤਾਲ ਦੇ ਵਿੱਚ ਜਦੋਂ ਵਾਰਡ ਅਟੈਂਡੈਂਟ ਜਾਂ ਫਿਰ ਕੋਈ ਹੋਰ ਨਰਸ, ਸਟਾਫ ਨਰਸ ਕੁਝ ਵੀ ਤੁਸੀਂ ਬਣ ਕੇ ਉੱਥੇ ਜਦੋਂ ਜੋਬ ਕਰੋਗੇ ਤਾਂ ਤੁਹਾਨੂੰ ਉੱਥੇ ਆਸਾਨੀ ਹੋਵੇ ਸਮਝਣ ਦੇ ਵਿੱਚ ਕਿ ਕਿਹੜਾ ਸਮਾਨ ਕੋਈ ਆਪਣੇ ਤੋਂ ਮੰਗਵਾ ਰਿਹਾ। ਠੀਕ ਹੈ ਜੀ, ਪਹਿਲਾਂ ਆਪਾਂ ਛੋਟੀ ਜਿਹੀ ਇੰਟਰੋਡਕਸ਼ਨ ਦੇਖ ਲੈਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਠੀਕ ਹੈ, ਤਾਂ ਇੰਟਰੋਡਕਸ਼ਨ ਕੀ ਹੈ? ਦ ਆਈਟਮ ਰਿਲੇਟਡ ਟੂ ਸਰਜੀਕਲ ਪ੍ਰੋਸੈਸ ਐਂਡ ਅਦਰ ਆਈਟਮ ਵਿਚ ਆਰ ਮੈਡੀਸਿਨ related item used for the patient care through no drug fall under the category of surgical and other item। ਜਿਹੜੇ ਵੀ ਸਰਜੀਕਲ ਕਿਸੇ ਪੇਸ਼ੈਂਟ ਆ ਉਹਦੀ ਸਰਜਰੀ ਜਦੋਂ ਕਰਦੇ ਆ ਆਪਾਂ ਉਹਦੇ ਲਈ ਵਰਤੇ ਜਾਣ ਵਾਲੇ ਜਿਹੜੇ ਵੀ ਇਨਸਟਰੂਮੈਂਟ ਹੁੰਦੇ ਨੇ ਉਹਨੂੰ ਸਰਜੀਕਲ ਇਨਸਟਰੂਮੈਂਟ ਆਪਾਂ ਕਹਿੰਦੇ ਆ। ਇਹ ਅੱਡ ਤਰ੍ਹਾਂ ਦੇ ਜਿਹੜੇ ਟੂਲਸ ਨੇ ਜਾਂ ਫਿਰ ਡਿਵਾਈਸਿਸ ਹੁੰਦੇ ਨੇ ਜਿਹੜੇ ਹਰ ਇੱਕ ਦਾ ਅੱਡ ਜਿਹੜਾ ਕੰਮ ਹੈ ਉੱਥੇ ਕਰਨਾ ਹੁੰਦਾ। ਕਿਸੇ ਦਾ ਕੱਟਣਾ ਹੁੰਦਾ, ਕਿਸੇ ਦਾ ਜੋੜਨਾ ਹੁੰਦਾ, ਕਿਸੇ ਦਾ ਕੋਈ ਮਟੀਰੀਅਲ ਨੂੰ ਕੱਟਣਾ ਹੁੰਦਾ, ਕਿਸੇ ਦਾ ਜਿਹੜੀ ਵੇਨਸ ਹੁੰਦੀਆਂ ਨੇ, ਆਪਣੀ ਨਰਵ ਹੁੰਦੀਆਂ ਨੇ, ਉਹਨਾਂ ਨੂੰ ਬਲੌਕ ਕਰਨਾ ਹੁੰਦਾ। ਠੀਕ ਹੈ, ਅਲੱਗ-ਅਲੱਗ ਸਾਰਿਆਂ ਦਾ ਵਰਕ ਹੈ ਤਾਂ ਉਹੀ ਆਪਾਂ ਦੇਖ ਲੈਂਦੇ ਹਾਂ। ਸਰਜੀਕਲ ਸਪਲਾਈਜ਼ ਕਿਹੜੀਆਂ ਹੁੰਦੀਆਂ ਨੇ? ਫੋਰਸੈਪਸ ਹੋ ਗਈਆਂ। ਠੀਕ ਹੈ, ਫੋਰਸੈਪਸ ਕੀ ਹੁੰਦੇ ਨੇ ਉਹ ਵੀ ਤੁਹਾਨੂੰ ਦਿਖਾ ਦੂੰਗਾ। ਕੈਂਚੀ, ਸੀਜ਼ਰ, ਸਕੈਲਪਲ, ਨੀਡਲ, ਸਰਿੰਜ, ਕੈਥੇਟਰ, ਈਟੀਟੀ, ਉਸ ਤੋਂ ਬਾਅਦ ਹੈ ਲੈਗਰੈਂਗੋਸਕੋਪ, ਇੰਡੋਸਕੋਪ, ਕੋਲੋਨੋਸਕੋਪ, ਆਈਵੀ ਕੈਨੂਲਾ। ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ ਉਹ ਆਪਾਂ ਹੁਣ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ। ਉਸ ਤੋਂ ਬਾਅਦ ਆਉਂਦੇ ਨੇ ਸੈਚੁਰ ਐਂਡ ਲਿਗੇਸਚਰ, ਆਈਵੀ ਸੈਟਸ ਆ ਜਾਂਦੇ ਨੇ, ਬਲੱਡ ਟ੍ਰਾਂਸਫਿਊਜ਼ਨ ਸੈਟਸ ਆ ਜਾਂਦੇ ਨੇ, ਗਲਵਸ ਆ ਜਾਂਦੇ ਨੇ, ਟੋਂਗ ਡਿਪਰੈਸ਼ਨਸ, ਸਰਜੀਕਲ ਡਰੈਸਿੰਗ ਜਿਵੇਂ ਕੋਟਨ, ਗੋਜ, ਬੈਂਡ ਤੇ ਐਡਹੈਸਿਵ ਟੇਪਸ ਜਿਹੜੀਆਂ ਹੈਗੀਆਂ ਨੇ ਇਹ ਸਾਰਾ ਕੁਝ ਸਰਜੀਕਲ ਸਪਲਾਈਜ਼ ਦੇ ਵਿੱਚ ਆਉਂਦੇ ਨੇ। ਹੋਰ ਵੀ ਹੈਲਥ ਕੇਅਰ ਐਸੈਸਰੀਜ਼ ਨੇ। ਠੀਕ ਹੈ, ਜਿਵੇਂ ਉਹਦੇ ਵਿੱਚ ਉੱਥੇ ਕੀ ਸਮਾਨ ਹੁੰਦਾ, ਜਿਵੇਂ ਕੰਟੈਕਟ ਲੈਂਸ ਹੋ ਗਏ, ਪਲਸ ਚੈੱਕ ਕਰਨ ਵਾਲਾ, ਨਬਜ਼ ਚੈੱਕ ਕਰਨ ਵਾਲਾ, ਗਲੂਕੋਮੀਟਰ ਹੋ ਗਿਆ, ਓਪਥੋਮੈਲੋਸਕੋਪ ਹੋ ਗਿਆ, ਓਟੋਸਕੋਪ ਹੋ ਗਿਆ, ਬੀਪੀ ਦੀ ਮਸ਼ੀਨ ਹੋ ਗਈ, ਥਰਮਾਮੀਟਰ, ਈਸੀਜੀ ਮਸ਼ੀਨ, ਉਸ ਤੋਂ ਬਾਅਦ ਇੱਕ ਇਲੈਕਟ੍ਰੋਕਾਰਡੀਓਗ੍ਰਾਫ ਦੀ ਮਸ਼ੀਨ, ਡੈਫੀਬਰੇਟਰ, ਅਰਿਸਟ ਬ੍ਰੇਸ, ਲੰਬੋਸਕਾਲ, ਸਰਵੇਕਲ ਕੋਲਰ, ਹੈਡਲਾਈਟ। ਇੱਕ ਵਾਰ ਤੁਸੀਂ ਬਸ ਇਹਦੇ ਵਿੱਚ ਗੋ ਥਰੂ ਹੋ ਜਾਇਓ, ਮੇਨ ਤੁਸੀਂ ਯਾਦ ਰੱਖ ਲਿਓ, ਸਾਰਾ ਯਾਦ ਕਰਨ ਦੀ ਲੋੜ ਨਹੀਂ। ਠੀਕ ਹੈ ਨਾ। ਉਸ ਤੋਂ ਬਾਅਦ ਜਿਵੇਂ ਐਕਸਰੇ ਮਸ਼ੀਨ, ਸੀਟੀ ਸਕੈਨ ਮਸ਼ੀਨ, ਐਮਆਰਆਈ ਮਸ਼ੀਨ, ਟੀਐਮਟੀ ਡਿਵਾਈਸ, ਆਕਸੀਜਨ ਸਿਲੰਡਰ, ਯੂਐਸਜੀ ਮਸ਼ੀਨ। ਇਹ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਉੱਥੇ ਹੁੰਦੀਆਂ ਨੇ। ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮਟੀਰੀਅਲ ਦੀ। ਜਿਹੜਾ ਸਰਜੀਕਲ ਫੋਰਸੈਪ ਹੁੰਦਾ, ਠੀਕ ਹੈ, ਉਹਦੀ ਆਪਾਂ ਗੱਲ ਕਰਾਂਗੇ। ਸਰਜੀਕਲ ਫੋਰਸੈਪ ਕੀ ਹੁੰਦਾ? ਇਹ ਕੋਈ ਵੀ ਜਿਹੜਾ ਮਟੀਰੀਅਲ ਹੈ ਉਹਨੂੰ ਫੜਨ ਵਾਸਤੇ, ਗ੍ਰਿਪ ਕਰਨ ਵਾਸਤੇ ਜਿਹੜਾ ਹੈਗਾ ਉਹ ਕੰਮ ਆਉਂਦਾ ਹੈ ਆਪਣਾ ਜਿਹੜਾ ਸਰਜੀਕਲ ਫੋਰਸੈਪ। ਇਹ ਆਪਾਂ ਮੈਡੀਕਲ ਫੀਲਡ ਦੇ ਵਿੱਚ ਇਸਤੇਮਾਲ ਕਰਦੇ ਹਾਂ। ਇਹ ਜਿਹੜਾ ਹੈਗਾ ਹਾਈ ਕੁਆਲਿਟੀ ਜਿਹੜਾ ਹੈਗਾ ਕੁਆਲਿਟੀ ਕਾਰਬਨ ਸਟੀਲ ਤੋਂ ਬਣਿਆ ਹੁੰਦਾ। ਠੀਕ ਹੈ, ਅੱਡ ਫੋਰਸੈਪਸ ਹੁੰਦੇ ਨੇ, ਕੁਝ ਆਪਾਂ ਨੇ ਅੱਜ ਦੀ ਵੀਡੀਓ 'ਚ ਡਿਸਕਸ ਕਰਨ ਵਾਲੇ ਹਾਂ। ਫੋਰਸੈਪਸ ਦੇ ਵਿੱਚ ਆ ਜਾਂਦਾ ਹੈਮੋਸਟੈਟਿਕ ਫੋਰਸੈਪ। ਠੀਕ ਹੈ, ਇਹਦੀ ਜਿਹੜੀ ਡਾਇਗਰਾਮ ਹੈ ਉਹ ਹੁੰਦੀ ਆ, ਤੁਸੀਂ ਦੇਖ ਸਕਦੇ ਹੋ ਹੈਮੋਸਟੈਟਿਕ ਫੋਰਸੈਪ ਦੀ। ਇਹ ਫੁੱਲੀ ਜਾਓ ਹੁੰਦੇ ਨੇ, 1 ਤੇ 2 ਫੜਨ, ਜਿਵੇਂ ਆਪਣੀ ਕੈਂਚੀ ਨਹੀਂ ਹੁੰਦੀ, ਇਹ ਜਿਹੜੇ ਹੁੰਦੇ ਨੇ ਹੈਮੋਸਟੈਟਿਕ ਫੋਰਸੈਪਸ ਇਹ ਕਿਹਾ ਜਾਂਦਾ ਹੈ। ਇਹ ਯਾਦ ਕਰਨ ਦੀ ਲੋੜ ਨਹੀਂ, ਤੁਸੀਂ ਇਹ ਪਾਰਟਸ ਨੂੰ ਕੀ ਕਹਿੰਦੇ ਨੇ ਇਹਦੀ ਯਾਦ ਕਰਨ ਦੀ ਲੋੜ ਨਹੀਂ, ਬਸ ਯਾਦ ਰੱਖਿਓ ਕਿ ਇਹ ਜੀ ਜੇਕਰ ਉੱਥੇ ਕੋਈ ਇੰਸਟਰੂਮੈਂਟ ਪਿਆ ਹੋਊਗਾ ਉਹਨੂੰ ਹੋਮੋਸਟੈਟਿਕ ਫੋਰਸੈਪਸ ਹੈ ਉਹ ਕਹਾਂਗੇ। ਠੀਕ ਹੈ, ਇਹਦੇ ਵਿੱਚ ਦੇਖ ਲਓ ਕੀ ਹੁੰਦਾ। ਆਰਟਰੀ ਫੋਰਸੈਪਸ ਕਲੈਂਪ ਤੇ ਸਨੈਪਸ ਵਾਸਤੇ ਇਸਤੇਮਾਲ ਕੀਤੀ ਹੈ। ਰॉ ਮਟੀਰੀਅਲ ਕੀ ਹੈ? ਸਟੇਨਲੈਸ ਸਟੀਲ ਤੋਂ ਹੀ ਬਣੀ ਹੁੰਦੀ ਹੈ। ਮੇਨ ਫੰਕਸ਼ਨ ਕੀ ਹੁੰਦਾ? ਕਲੈਂਪ ਕਰਨਾ, ਕਿਸੇ ਜਿਹੜੀ ਆਰਟਰੀਜ਼ ਹੁੰਦੀਆਂ ਨੇ, ਟਿਸ਼ੂ ਹੁੰਦਾ ਆਪਣਾ, ਉਹਨੂੰ ਤੇ ਜਿਹੜਾ ਫਲੋ ਬਲੱਡ ਦਾ, ਖੂਨ ਦਾ ਜਿਹੜਾ ਦੌਰਾਵ ਹੈ ਉਹਨੂੰ ਸਹੀ ਕਰਨਾ। ਠੀਕ ਹੈ ਨਾ, ਜੇਕਰ ਕਿਸੇ ਰੁਕਿਆ ਹੋਇਆ। ਜਨਰਲ ਸਰਜਰੀ ਦੇ ਵਿੱਚ ਆਪਾਂ ਇਹਨੂੰ ਇਸਤੇਮਾਲ ਕਰਦੇ ਹਾਂ। ਠੀਕ ਹੈ, ਦੇ ਹੈਵ ਫਾਈਨ ਸੈਰੇਸ਼ਨ ਆਫ ਵੈਰਿੰਗ ਲੈਂਥ ਆਫ ਦੀ ਜਾ। ਇਹ ਜ਼ਰੂਰੀ ਨਹੀਂ ਕਿ ਜਿਹੜੀ ਇਹਦੀ ਲੈਂਥ ਇੰਨੀ ਹੋਵੇ, ਇਹ ਡਿਪੈਂਡ ਕਰ ਸਕਦੀ ਹੈ, ਇਹ ਵੱਡੀ ਵੀ ਹੋ ਸਕਦੀ ਹੈ। ਜਿਹੜੀ ਜੋ ਨੇ ਇਹਦੀ ਲੈਂਥ ਛੋਟੀ ਵੱਡੀ ਹੋ ਸਕਦੀ ਹੈ। ਠੀਕ ਹੈ, ਇਹਦੇ ਜਿਹੜੇ ਟੀਥ ਨੇ ਉੱਪਰ ਲੱਗੇ ਹੋਏ ਇਹਦੀ ਵੀ ਚੇਂਜ, ਜਿਵੇਂ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ, ਇਹਦੇ ਜਿਹੜੇ ਕੰਡੇ ਨੇ ਐਵੇਂ ਕੰਡੇ ਬਣੇ ਹੋਏ ਨੇ। ਠੀਕ ਹੈ ਨਾ, ਇਹ ਪਲੇਨ ਵੀ ਹੋ ਸਕਦੇ ਨੇ ਤੇ ਇਸ ਟਾਈਪ ਦੇ ਵੀ ਹੋ ਸਕਦੇ ਨੇ। ਇਹ ਡਿਪੈਂਡ ਕਰਦਾ ਕਿਹੜੀ ਸਰਜਰੀ ਵਾਸਤੇ ਤੁਸੀਂ ਇਹਨੂੰ ਇਸਤੇਮਾਲ ਕਰ ਰਹੇ ਹੋ। ਉਸ ਤੋਂ ਬਾਅਦ ਡਰੈਸਿੰਗ ਥੰਬ ਫੋਰਸੈਪਸ, ਇਹ ਤੁਸੀਂ ਦੇਖੀ ਹੋਣੀ, ਤਾਂ ਆਪਾਂ ਇਹਨੂੰ ਚਿਮਟੀ ਵੀ ਕਹਿ ਦਿੰਦੇ ਹਾਂ, ਆਪਣੇ ਘਰਾਂ ਦੇ ਵਿੱਚ ਵੀ ਇਹ ਤੁਸੀਂ ਤੁਹਾਡੇ ਕੋਲ ਹੋਣੀ। ਠੀਕ ਹੈ, ਇਹ ਸੈਰੇਟਡ ਟਿਪਸ ਹੁੰਦੀ ਹੈ ਫੜਨ ਵਾਸਤੇ। ਇਹ ਗ੍ਰਿਪਡ ਏਰੀਆ ਹੁੰਦਾ, ਇੱਥੇ ਲਾਈਨਾਂ ਲੱਗੀਆਂ ਹੁੰਦੇ ਨੇ, ਇਹ ਨੀਚੇ ਹੁੰਦਾ ਸੈਪਰਿੰਗ ਪਾਰਟਸ। ਠੀਕ ਹੈ, ਜਿਹੜਾ ਇਹਨੂੰ ਐਵੇਂ ਉੱਪਰ ਥੱਲੇ ਕਰ ਦਿੰਦਾ ਹੈ। ਇਹ ਹੈ ਡਰੈਸਿੰਗ ਤੇ ਥੰਬ ਫੋਰਸੈਪਸ ਇਹਨੂੰ ਕਿਹਾ ਜਾਂਦਾ ਹੈ। ਡਰੈਸਿੰਗ ਫੋਰਸੈਪਸ ਇਹ ਵੀ ਸਟੇਨਲੈਸ ਸਟੀਲ ਦੀ ਬਣੀ ਹੁੰਦੀ ਹੈ, ਇਹਦਾ ਵੀ ਕੰਮ ਫੜਨਾ ਹੁੰਦਾ। ਡਰੈਸਿੰਗ ਜਿਹੜੀਆਂ ਹੁੰਦੀਆਂ ਨੇ ਉਹਨੂੰ ਹੈਂਡਲ ਕਰਨਾ। ਠੀਕ ਹੈ, ਉਸ ਤੋਂ ਬਾਅਦ ਜਨਰਲ ਸਰਜਰੀ ਦੇ ਵਿੱਚ ਆਪਾਂ ਇਹਨੂੰ ਇਸਤੇਮਾਲ ਕਰਦੇ ਹਾਂ। ਇਹ ਵੀ ਅੱਡ ਸ਼ੇਪ ਤੇ ਸਾਈਜ਼ ਦੀਆਂ ਆਉਂਦੀਆਂ ਨੇ। ਠੀਕ ਹੈ, ਵਿਦਆਊਟ ਇਹ ਤੇ ਇਹਦੇ ਵਿੱਚ ਜਿਹੜਾ ਕੀ ਹੈ, ਇਹ ਵਿਦਆਊਟ ਟੀਥ ਹੈ। ਇਹਦੇ ਵਿੱਚ ਜਿਹੜੇ ਹੈਗੇ ਨੇ ਐਵੇਂ ਕੰਡੇਦਾਰ ਦੰਦੇ ਜਿਹੜੇ ਹੈਗੇ ਨੇ ਉਹ ਨਹੀਂ ਹੁੰਦੇ, ਇਹ ਬਿਲਕੁਲ ਪਲੇਨ ਹੁੰਦਾ ਹੈ। ਠੀਕ ਹੈ,
ਉਸ ਤੋਂ ਬਾਅਦ ਆਉਂਦਾ ਕੈਲੇ ਫੋਰਸੈਪਸ। ਇਹ ਤੁਸੀਂ ਦੇਖੋ ਇਹ ਕੱਟਣ ਵਾਸਤੇ ਜਿਹੜੀਆਂ ਹੈਗੀਆਂ ਨੇ ਇਹ ਕੰਮ ਆਉਂਦੀਆਂ ਨੇ। ਇਹਨੂੰ ਕੀ ਕਹਿੰਦੇ ਨੇ, ਕੈਲੇ ਫੋਰਸੈਪਸ ਕਹਿੰਦੇ ਨੇ, ਜਾਂ ਫਿਰ ਰੋਚੈਸਟਰ ਫੋਰਸੈਪਸ ਵੀ ਇਹਨੂੰ ਕਿਹਾ ਜਾਂਦਾ। ਸਟੇਨਲੈਸ ਸਟੀਲ ਦੀ ਬਣੀ ਹੁੰਦੀ ਹੈ। ਇਹ ਜਾਂ ਤੋਂ ਕਰਵ ਹੋਊਗੀ ਜਾਂ ਫਿਰ ਸਟ੍ਰੇਟ ਹੈ। ਇਹ ਜਿਹੜੀ ਹੈਗੀ ਜਿਵੇਂ ਉਰੋਂ ਸਟ੍ਰੇਟ ਦਿਖ ਰਹੀ ਹੈ, ਇਹ ਕਰਵ ਵੀ ਹੋ ਸਕਦੀ ਹੈ, ਸਟ੍ਰੇਟ ਵੀ ਹੋ ਸਕਦੀ ਹੈ। ਠੀਕ ਹੈ, ਇਹ ਕੀ ਹੈ, ਕਿਸੇ ਵੀ ਟਿਸ਼ੂ ਨੂੰ ਹੋਲਡ ਕਰਨ ਵਾਸਤੇ, ਬਲੱਡ ਨੂੰ ਰੈਪਚਰ ਕਰਨ ਵਾਸਤੇ ਇਹ ਜਿਹੜੀ ਹੈਗੀ ਹੈ ਉਹ ਆਉਂਦੀ ਹੈ, ਯੂਜ਼ ਕਰਦੇ ਹਾਂ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਠੀਕ ਹੈ, ਇਹ ਨਾਮ ਹੈ ਕੈਲੀ ਫੋਰਸੈਪਸ। ਉਸ ਤੋਂ ਬਾਅਦ ਆਉਂਦਾ ਐਲੀਗੇਟਰ ਫੋਰਸੈਪਸ। ਇਹ ਵੀ ਤੁਸੀਂ ਦੇਖਿਆ ਹੋਣਾ, ਫਿਲਮਾਂ ਦੇ ਵਿੱਚ ਦੇਖਿਆ ਹੋਣਾ, ਡਾਕਟਰ ਕੋਲ ਇਹ ਜੀ ਹੁੰਦੀ ਹੈ ਇੱਕ ਟੇਢੀ ਜਿਹੜੀ ਹੈਗੀ ਹੈ, ਜੇ ਟੇਢੇ ਉੱਤੇ ਪਈ ਹੈ ਤਾਂ ਇਹਦਾ ਨਾਮ ਕੀ ਹੈ, ਇਹਦਾ ਨਾਮ ਹੈ ਐਲੀਗੇਟਰ ਫੋਰਸੈਪਸ। ਇਹ ਵੀ ਸਟੇਨਲੈਸ ਸਟੀਲ ਦੀ ਬਣੀ ਹੁੰਦੀ ਹੈ। ਇਹ ਕੀ ਹੈ, ਯੂਜ਼ ਇੱਥੇ ਕਿੱਥੇ ਇਹਦਾ ਯੂਜ਼ ਆਪਾਂ ਕਰਦੇ ਹਾਂ, with their long shaft are utilized for retrieving object from within the between cavity in the patient body। ਇਹ ਕੀ ਕੰਮ ਕਰਦਾ ਹੈ, ਜਿਵੇਂ ਕੋਈ ਵੀ ਚੀਜ਼, ਜਿਵੇਂ ਦੇਖੋ ਜੇਕਰ ਆਪਾਂ ਨੇ ਕੋਈ ਪੇਸ਼ੈਂਟ ਦੀ ਬੋਡੀ ਵਿੱਚੋਂ ਸਿੱਧਾ ਕੋਈ ਸਮਾਨ ਕੱਢਣਾ ਤਾਂ ਆਪਾਂ ਇਹਨੂੰ ਸਿੱਧੀ ਜਿਹੜੀ ਹੈਗੀ ਉਹ ਇਸਤੇਮਾਲ ਕਰਾਂਗੇ। ਪਰ ਜੇਕਰ ਕੋਈ ਅੰਦਰ ਜਾ ਕੇ ਆਪਾਂ ਐਵੇਂ ਕੋਈ ਟੇਢੀ ਜੀ ਬਣੀ ਹੋਈ ਹੈ, ਟੇਢੀ ਅੰਦਰ ਕੋਈ ਚੀਜ਼ ਹੈ, ਠੀਕ ਹੈ, ਕੋਈ ਪਾਰਟ ਹੈ ਜਿਹੜਾ ਉਰੇ ਹੈ, ਠੀਕ ਹੈ, ਤੇ ਉਰੋਂ ਆਪਾਂ ਨੂੰ ਵਿਜ਼ੀਬਲ ਹੈ ਨਹੀਂ, ਆਪਾਂ ਨੂੰ ਇੱਥੋਂ ਵਿਜ਼ੀਬਲ ਹੈ, ਤਾਂ ਐਵੇਂ ਟੇਢੀ ਜਿਹੜੀ ਹੈਗੀ ਹੈ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਇੰਟਰਸਟਿੰਗ ਫੀਚਰ ਕੀ ਹੈ, ਦਾ ਸੈਰੇਟਡ ਟਿਪਸ ਡੂ ਨੋਟ ਡੈਮੇਜ ਲਿਵਿੰਗ ਟਿਸ਼ੂ। ਇਹਦਾ ਮਤਲਬ ਇਹਦਾ ਇੰਟਰਸਟਿੰਗ ਫੀਚਰ ਇਹਦੇ ਵਿੱਚ ਇਹ ਕਿ ਜਿਹੜਾ ਇਹ ਕੋਈ ਵੀ ਜਿਹੜਾ ਟਿਸ਼ੂ ਹੁੰਦਾ ਅੰਦਰ ਉਹਨੂੰ ਇਹ ਖਰਾਬ ਹੈ, ਡੈਮੇਜ ਹੈ, ਉਹ ਨਹੀਂ ਕਰਦੀ ਹੈ ਐਲੀਗੇਟਰ ਫੋਰਸੈਪਸ। ਨੈਕਸਟ ਆ ਜਾਂਦਾ ਬਾਇਓਪਸੀ ਫੋਰਸੈਪਸ। ਠੀਕ ਹੈ, ਇਹਦਾ ਵੀ ਸਟੇਨਲੈਸ ਸਟੀਲ ਦੀ ਬਣੀ ਹੁੰਦੀ ਹੈ, ਸਟ੍ਰੇਟ ਵੀ ਹੋ ਸਕਦੀ ਹੈ ਤੇ ਇਹ ਐਂਗਲਡ ਤੇ ਵੀ ਹੋ ਸਕਦੀ ਹੈ। ਜਿਹੜੀ ਸੌਫਟ ਜਿਵੇਂ ਦੇਖ ਸਕਦੇ ਹੋ ਨਾ, ਇੱਧਰ ਆਹ ਸਟ੍ਰੇਟ ਬਣੀ ਹੋਈ ਹੈ, ਇਹ ਕਿਸੇ ਐਂਗਲ ਤੇ ਵੀ ਹੋ ਸਕਦੀ ਹੈ, ਜਿਵੇਂ ਆਪਾਂ ਪਿਛਲੀ ਵਾਰੀ ਦੇਖ ਕੇ ਆਏ ਹਾਂ। ਪਰ ਉਹ ਕੀ ਸੀਗਾ, ਉਹਦੇ ਦੋ ਮੂੰਹ ਸੀਗੇ, ਇਹਦਾ ਸਿਰਫ ਇੱਕੇ ਮੂੰਹ ਹੈ। ਇਹ ਕੀ ਕੰਮ ਕਰਦੀ ਹੈ, ਗ੍ਰਿਪ ਔਰ ਹੋਲਡ ਲਿਵਿੰਗ ਟਿਸ਼ੂ। ਕੋਈ ਵੀ ਟਿਸ਼ੂ ਹੈ ਉਹਨੂੰ ਫੜਨ ਵਾਸਤੇ ਜਾਂ ਫਿਰ ਹੋਲਡ ਕਰਨ ਵਾਸਤੇ ਇਹ ਕੰਮ ਆਉਂਦੀ ਹੈ। ਇਹ ਬਹੁਤ ਪ੍ਰੀਸਾਈਜ਼ ਹੁੰਦੀ ਹੈ, ਇਸ ਕਰਕੇ ਬਾਇਓਪਸੀ ਫੋਰਸੈਪਸ ਦਾ ਆਪਾਂ ਮੇਨਲੀ ਇਸਤੇਮਾਲ ਹੈ ਜਿਹੜਾ ਉਹ ਕਰਦੇ ਹਾਂ। ਨੈਕਸਟ ਆਉਂਦਾ ਓਬਸਟ੍ਰੀਕਲ ਫੋਰਸੈਪਸ। ਠੀਕ ਹੈ, ਇਹ ਦੇਖੋ ਇਹ ਜੀ ਹੁੰਦੀ ਹੈ। ਇਹ ਮਤਲਬ ਇਹਦਾ ਇਸਤੇਮਾਲ ਕਦੋਂ ਕੀਤਾ ਜਾਂਦਾ, ਇਹਨੂੰ ਹੋਰ ਬ੍ਰੇਨ ਫੋਰਸੈਪਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਦੋਂ ਵੂਮਨ ਦੀ ਡਿਲੀਵਰੀ ਹੁੰਦੀ ਹੈ ਉਦੋਂ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜਾ ਬੱਚੇ ਦਾ ਹੈੱਡ ਹੁੰਦਾ, ਜਿਹੜਾ ਉਹਦਾ ਸਿਰ ਹੁੰਦਾ ਅਨਬੋਰਨ ਚਾਈਲਡ ਦਾ, ਡਿਊਰਿੰਗ ਸਰਜਰੀ ਦੇ ਵਿੱਚ ਇਹਨੂੰ ਸਹੀ ਮਤਲਬ ਇੱਕ ਐਂਗਲ ਦੇ ਵਿੱਚ ਜਾਂ ਫਿਰ ਸਹੀ ਪੋਜੀਸ਼ਨ ਦੇ ਵਿੱਚ ਲੈ ਕੇ ਆਉਣ ਵਾਸਤੇ ਆਪਾਂ ਓਬਸਟ੍ਰੀਕਲ ਫੋਰਸੈਪਸ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਹੈ ਸਿਟਾਲ ਫੋਰਸੈਪਸ। ਠੀਕ ਹੈ, ਸਿਟਲੈਸ ਫੋਰਸੈਪਸ ਜਿਹੜੀਆਂ ਹੁੰਦੀਆਂ ਨੇ, ਇਹ ਕੀ ਹੈ, ਹੌਟ ਸਟੀਰਲਾਈਨ ਸਰਜੀਕਲ ਇੰਸਟਰੂਮੈਂਟ ਹੈ, ਨੂੰ ਹਟਾਉਣ ਵਾਸਤੇ ਆਪਾਂ ਇਹਨੂੰ ਇਸਤੇਮਾਲ ਕਰਦੇ ਹਾਂ। ਠੀਕ ਹੈ, ਕੋਈ ਵੀ ਸਟੀਰਲਾਈਟ ਦੇਖੋ, ਇਟ ਇਜ਼ ਯੂਜ਼ਡ ਟੂ ਰਿਮੂਵ ਦੀ ਹੌਟ ਸਟੀਰਲਾਈਟ ਸਰਜੀਕਲ ਇੰਸਟਰੂਮੈਂਟ ਫਰੋਮ ਦੀ ਸਟੀਰਲਾਈਜ਼ਰ ਐਂਡ ਟੂ ਪਲੇਸ them ਟੂ ਦੀ ਸਟੀਰਲਾਈਟ ਪਾਊਚੇਸ। ਕਿਸੇ ਵੀ ਚੀਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਰੱਖਣ ਦੇ ਵਿੱਚ ਆਪਾਂ ਇਹਨੂੰ ਇਸਤੇਮਾਲ ਕਰਦੇ ਹਾਂ ਸੀਟਲੈਸ ਫੋਰਸੈਪਸ ਦਾ। ਠੀਕ ਹੈ, ਕੋਈ ਵੀ ਜਿਵੇਂ ਸੀਟਲੈਸ ਕੋਈ ਬੰਦੂਕ ਕਿਸੇ ਤੇ ਗੋਲੀ ਲੱਗ ਜਾਂਦੀ ਹੈ ਤਾਂ ਉਹਦੇ ਵਿੱਚੋਂ ਇੰਸਟਰੂਮੈਂਟ ਜਿਹੜਾ ਹੈਗਾ ਗੋਲੀ ਕੱਢ ਕੇ ਇੱਕ ਪਲੇਟ ਜੀ ਨਹੀਂ ਤੇ ਅਸੀਂ ਦੇਖਿਆ ਉਹਦੇ ਵਿੱਚ ਰੱਖ ਦਿੰਦੇ ਹਾਂ, ਤਾਂ ਆਪਾਂ ਐਵੇਂ ਫੜਨ ਵਾਲੀ ਸੀਟਲੈਸ ਫੋਰਸੈਪਸ ਨੇ ਉਹਨਾਂ ਦਾ ਇਸਤੇਮਾਲ ਆਪਾਂ ਕਰਦੇ ਹਾਂ। ਠੀਕ ਹੈ, ਉਹਨਾਂ ਤੋਂ ਬਾਅਦ ਹੁੰਦੇ ਸਰਜੀਕਲ ਸੀਜ਼ਰ, ਕੱਟਣ ਵਾਲੀ। ਠੀਕ ਹੈ ਨਾ, ਇਹ ਰੇਜ਼ਰ ਸ਼ਾਰਪ ਕਟਿੰਗ ਐਜ ਹੁੰਦਾ ਉੱਪਰ ਵਾਲਾ। ਉਸ ਤੋਂ ਬਾਅਦ ਇਹ ਲੋਕ ਨਟ ਹੁੰਦਾ, ਸ਼ੈਂਕ ਹੁੰਦਾ, ਇਹਦੀ ਯਾਦ ਕਰਨ ਦੀ ਬਸ ਇਹ ਯਾਦ ਰੱਖੋ, ਸਰਜੀਕਲ ਸੀਜ਼ਰ ਜਿਹੜੀ ਹੈ ਇਹ ਹੁੰਦੀ ਹੈ। ਉਸ ਤੋਂ ਬਾਅਦ ਸਰਜੀਕਲ ਸਕੈਲਪਸ, ਇਹਦਾ ਕੀ ਕੰਮ ਹੁੰਦਾ, ਕਟਿੰਗ ਦਾ। ਕਿਸੇ ਇਹਦੇ ਚੀਰਾ ਲਾਉਣਾ ਹੋਵੇ ਉਦੋਂ ਆਪਾਂ ਸਰਜੀਕਲ ਸਕੈਲਪਲਸ ਦਾ ਇਸਤੇਮਾਲ ਕਰਦੇ ਹਾਂ। ਠੀਕ ਹੈ, ਡਿਸੈਕਟਿੰਗ ਟਿਸ਼ੂ, ਕਟਿੰਗ ਐਂਡ ਸੂਟਰਸ, ਬੈਂਡੇਜਸ ਐਕਸੈਟਰਾ, ਇਹਨਾਂ ਨੂੰ ਕੱਟਣ ਵਾਸਤੇ ਆਪਾਂ ਸਰਜੀਕਲ ਸਕੈਲਪ ਦਾ ਇਸਤੇਮਾਲ ਕਰਦੇ ਹਾਂ। ਇਹਦੇ ਅੱਗੇ ਇੱਕ ਤਿੱਖਾ ਜਿਹੜਾ ਹੈਗਾ ਚਾਕੂ, ਇੱਕ ਆਪਾਂ ਕਹਿ ਸਕਦੇ ਹਾਂ ਉਹ ਲੱਗਿਆ ਹੁੰਦਾ। ਠੀਕ ਹੈ, ਬਹੁਤ ਹੀ ਫਾਈਨ ਕੱਟ ਇਹਦੇ ਨਾਲ ਜਿਹੜਾ ਹੈ ਕਿਸੇ ਬੋਡੀ ਤੇ ਆਪਾਂ ਲਾ ਸਕਦੇ ਹਾਂ। ਉਸ ਤੋਂ ਬਾਅਦ ਆਉਂਦਾ ਟੰਗ ਡਿਪਰੈਸਰ। ਇਹ ਇਸਤੇਮਾਲ ਕੀਤੇ ਜਾਂਦੇ ਨੇ ਟੂ ਅਲੋ ਐਗਜ਼ਾਮੀਨੇਸ਼ਨ ਆਫ ਮਾਊਥ ਐਂਡ ਥਰੋਟ। ਜੇਕਰ ਕਿਸੇ ਦੇ ਗਲੇ ਦੇ ਵਿੱਚ ਕੋਈ ਖਰਾਬੀ ਹੈ, ਠੀਕ ਹੈ, ਕਿਸੇ ਦਾ ਮੂੰਹ ਦੇ ਵਿੱਚ ਉਹ ਚੈੱਕ ਕਰਨਾ, ਗਲਾ ਚੈੱਕ ਕਰਨਾ, ਤਾਂ ਆਪਾਂ ਟੰਗ ਡਿਪਰੈਸਰ ਦੇ ਨਾਲ ਚੈੱਕ ਕਰਦੇ ਹਾਂ। ਇਹ ਜਿਹੇ ਇੰਸਟਰੂਮੈਂਟ ਜਿਹੜੇ ਉੱਥੇ ਹੁੰਦੇ ਨੇ, ਇਹਨਾਂ ਨੂੰ ਟੰਗ ਡਿਪਰੈਸ਼ਨ ਕਿਹਾ ਜਾਂਦਾ। ਨੈਕਸਟ ਆਪਾਂ ਦੇਖਦੇ ਹਾਂ ਸਰਜੀਕਲ ਨੀਡਲਸ। ਅੱਡ ਤਰ੍ਹਾਂ ਦੀਆਂ ਜਿਹੜੀਆਂ ਨੀਡਲਸ ਹੁੰਦੀਆਂ ਨੇ ਤੇ ਅੱਡ ਇਹਨਾਂ ਦੇ ਕਟਿੰਗ ਐਂਗਲਸ ਜਿਹੜੇ ਹੈਗੇ ਨੇ ਉਹ ਹੁੰਦੇ ਨੇ। ਇਸ ਟੂ ਟਾਈਪਸ ਦੀਆਂ ਹੁੰਦੀਆਂ ਨੇ, ਜਾਂ ਤਾਂ ਸਟ੍ਰੇਟ ਹੋਣਗੀਆਂ ਜਾਂ ਫਿਰ ਇਹ ਕਰਵ ਸ਼ੇਪ ਦੀਆਂ ਹੋਣਗੀਆਂ। ਜੇਕਰ ਆਪਾਂ ਨੇ ਸਟ੍ਰੇਟ ਸਰਫੇਸ ਤੇ ਕੰਮ ਕਰਨਾ ਤਾਂ ਆਪਾਂ ਸਟ੍ਰੇਟ ਦਾ ਇਸਤੇਮਾਲ ਕਰਾਂਗੇ। ਜੇ ਆਪਾਂ ਨੇ ਡੂੰਘਾਈ ਦੇ ਵਿੱਚ ਯਾਨੀ ਕਿ ਡੈਪਥ ਦੇ ਵਿੱਚ ਕੰਮ ਕਰਨਾ ਤਾਂ ਆਪਾਂ ਕਰਵਡ ਜਿਹੜੀ ਹੈਗੀ ਹੈ ਸਰਜੀਕਲ ਨੀਡਲ ਉਹਦਾ ਇਸਤੇਮਾਲ ਕਰਾਂਗੇ। ਇਹ ਰਾਊਂਡ ਵੀ ਹੋ ਸਕਦੀ ਹੈ, ਟ੍ਰਾਇੰਗੂਲਰ ਵੀ ਹੋ ਸਕਦੀ ਹੈ, ਫਲੈਟ ਵੀ ਹੋ ਸਕਦੀ ਹੈ, ਜਾਂ ਫਿਰ ਹਾਫ ਸਰਕਲ 3/8 ਜਾਂ 5/8 ਸਰਕਲ ਦੀ ਵੀ ਇਹ ਹੋ ਸਕਦੀਆਂ ਨੇ।
ठीक है जी। ਇਹ ਸੀਗੀ ਸਰਜੀਕਲ ਨੀਡਲ। ਉਸ ਤੋਂ ਬਾਅਦ ਆਉਂਦੀ ਹੈ ਸਵੈਬ ਹੋਲਡਰ। ਸਵੈਬ ਹੋਲਡਰ ਦਾ ਕੀ ਕੰਮ ਹੁੰਦਾ ਹੈ? ਆਪਰੇਸ਼ਨ ਕੋਈ ਵੀ ਚੀਜ਼ ਨੂੰ ਸਾਫ਼ ਕਰਨਾ ਅੰਦਰ ਡੂੰਘਾਈ ਦੇ ਵਿੱਚ, ਠੀਕ ਹੈ, ਡੈਪਥ ਦੇ ਵਿੱਚ ਕੋਈ ਵੀ ਚੀਜ਼ ਨੂੰ ਕਲੀਨ ਕਰਨ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਸਵੈਬ ਹੋਲਡਰ ਆਪਾਂ ਇਸਤੇਮਾਲ ਕਰਦੇ ਹਾਂ। ਨੈਕਸਟ ਹੈ ਯੂਰੀਨਰੀ ਕੈਥਰ। ਯੂਰੀਨਰੀ ਕੈਥਰ ਇੱਕ ਟਿਊਬ ਤਰ੍ਹਾਂ ਦੀ ਹੁੰਦੀ ਹੈ, ਬੋਡੀ ਦੇ ਵਿੱਚ ਇਹਨੂੰ ਪਲੇਸ ਕੀਤਾ ਜਾਂਦਾ ਹੈ, ਜਿਹਦਾ ਜਿਹੜਾ ਯੂਰੀਨ ਹੁੰਦਾ ਉਹਨੂੰ ਬਲੇਡਰ ਦੇ ਵਿੱਚੋਂ ਕਲੈਕਟ ਕਰਨ ਵਾਸਤੇ, ਠੀਕ ਹੈ। ਪੂਰੇ ਜਿਹੜਾ ਬਲੇਡਰ ਹੁੰਦਾ ਉਹਦੇ ਵਿੱਚ ਯੂਰੀਨ ਨੂੰ ਕਲੈਕਟ ਕਰਨ ਵਾਸਤੇ ਆਪਾਂ ਯੂਰੀਨਰੀ ਕੈਥਰ ਦਾ ਇਸਤੇਮਾਲ ਕਰਦੇ ਹਾਂ। ਅੱਡ ਹੁੰਦੀਆਂ ਨੇ ਇਹ, ਫੀਮੇਲ ਵਾਸਤੇ 20 ਤੋਂ 26 ਸੈਂਟੀਮੀਟਰ ਦੀ, ਮੇਲ ਵਾਸਤੇ 40 ਤੋਂ 45 ਸੈਂਟੀਮੀਟਰ, ਪੈਡੀਆਟ੍ਰਿਕ 30 ਤੋਂ 32 ਸੈਂਟੀਮੀਟਰ, ਠੀਕ ਹੈ। ਅੱਡ ਤਰ੍ਹਾਂ ਦੀ ਜਿਹੜੀ ਯੂਰੀਨਰੀ ਕੈਥਰਸ ਇਹ ਹੁੰਦੀਆਂ ਨੇ। ਜਿਵੇਂ ਆ ਗਈ ਫੋਲਿਕਸ ਕੈਥਰ ਆ ਗਈ ਪਹਿਲੀ ਨੰਬਰ ਦੀ, ਠੀਕ ਹੈ। ਤੁਸੀਂ ਇਹਦੀ ਡਾਇਗਰਾਮ ਦੇਖ ਸਕਦੇ ਹੋ, ਇਹ ਫੋਲਿਕਸ ਕੈਥਰ ਹੋ ਗਈ। ਜਿਹਨਾਂ ਨੂੰ ਯੂਰੀਨ ਦੀ ਪ੍ਰੋਬਲਮ ਹੁੰਦੀ ਹੈ ਤੁਸੀਂ ਦੇਖਿਆ ਹੁਣ, ਇਹ ਉਹਨਾਂ ਦੇ ਅੱਗੇ ਉਹਨਾਂ ਦੇ ਮਤਲਬ ਲਗਾਈ ਜਾਂਦੀ ਹੈ, ਠੀਕ ਹੈ। ਇਹ ਯੂਰੀਨਰੀ ਕੈਥਰ ਹੈ। ਇਹ ਸੌਫਟ, ਇਹਦਾ ਮਤਲਬ ਕਿਸ ਚੀਜ਼ ਦੀ ਬਣੀ ਹੁੰਦੀ ਹੈ? ਸੌਫਟ ਪਲਾਸਟਿਕ ਜਾਂ ਫਿਰ ਰਬੜ ਦੀ ਇਹ ਟਿਊਬ ਹੁੰਦੀ ਹੈ। ਇਹਨੂੰ ਇੰਸਰਟ ਕੀਤਾ ਜਾਂਦਾ ਹੈ ਬਲੈਡਰ ਦੇ ਵਿੱਚ, ਠੀਕ ਹੈ, ਜਿੱਥੇ ਯੂਰੀਨ ਇਕੱਠਾ ਹੁੰਦਾ ਕਿਸੇ ਵੀ, ਚਾਹੇ ਉਹ ਲੇਡੀਜ਼ ਹੈ ਚਾਹੇ ਮੇਲ ਚਾਹੇ ਫੀਮੇਲ ਹੈ, ਉੱਥੇ ਉਹਦਾ ਜਿਹੜਾ ਬਲੇਡਰ ਹੈ ਜਿੱਥੇ ਸਾਰਾ ਆਪਣਾ ਪਿਸ਼ਾਬ ਉਹ ਇਕੱਠਾ ਹੁੰਦਾ, ਉਹਦੇ ਵਿੱਚ ਇਹਨੂੰ ਇੰਸਰਟ ਕੀਤਾ ਜਾਂਦਾ, ਉੱਥੇ ਲਗਾਈ ਜਾਂਦੀ ਹੈ ਇਹ, ਠੀਕ ਹੈ। ਕਿਡਨੀ ਇਹ ਕਦੋਂ ਲਾਈ ਜਾਂਦੀ ਹੈ? ਜਿਵੇਂ ਕਿਡਨੀ ਇਨਫੈਕਸ਼ਨ ਹੋ ਗਿਆ, ਕਿਸੇ ਨੂੰ ਬਲੱਡ ਇਨਫੈਕਸ਼ਨ ਹੋ ਗਿਆ, ਯੂਰੀਥਰ ਇੰਜਰੀ ਹੋ ਗਈ, ਸਕਿਨ ਬ੍ਰੇਕਡਾਊਨ, ਬਲੈਡਰ ਦੇ ਵਿੱਚ ਪੱਥਰ ਆ ਗਿਆ, ਠੀਕ ਹੈ ਨਾ, ਕਿਸੇ ਦੀ ਕਹਿੰਦੇ ਨੇ ਕਿਡਨੀ ਦੇ ਵਿੱਚ ਪੱਥਰ ਆ ਗਿਆ, ਬਲੱਡ ਆ ਗਿਆ ਯੂਰੀਨ ਦੇ ਵਿੱਚ, ਉਦੋਂ ਆਪਾਂ ਇਹਦਾ ਇਸਤੇਮਾਲ ਕਰਦੇ ਹਾਂ। ਇਹ ਜਿਹੜੀ ਟਿਊਬ ਹੈ ਤੁਸੀਂ ਦੇਖੀ ਹੋਣੀ ਫੋਲੋ, ਇਹਨੂੰ ਕੀ ਕਹਿੰਦੇ ਨੇ? ਫੋਲਿਸ ਕੈਥਰ ਇਹਨੂੰ ਕਿਹਾ ਜਾਂਦਾ ਹੈ। ਦੂਸਰੀ ਹੁੰਦੀ ਹੈ ਸੁਪਰਾਬਿਊਬਿਕ ਕੈਥਰ, ਠੀਕ ਹੈ। ਇਹ ਡਾਇਰੈਕਟਲੀ ਬਲੇਡਰ ਦੇ ਵਿੱਚ ਐਬਡੋਮਨ ਦੇ ਨਾਲ, ਐਬਡੋਮਨ ਤੋਂ ਸਿੱਧਾ ਬਲੇਡਰ ਦੇ ਵਿੱਚ ਇਹ ਲਾਈ ਜਾਂਦੀ ਹੈ, ਠੀਕ ਹੈ। ਇਹ ਜਿਹੜਾ ਪਿਊਬਿਕ ਬੋਨ ਹੁੰਦਾ ਉਸ ਤੋਂ ਜਿਹੜਾ ਉੱਪਰ, ਉਸ ਤੋਂ ਥੋੜਾ ਜਿਹਾ ਉੱਪਰ ਇਹਨੂੰ ਲਗਾਇਆ ਜਾਂਦਾ ਹੈ। ਇਹ ਤੁਸੀਂ ਇਹਦੀ ਡਾਇਗਰਾਮ ਦੇਖ ਸਕਦੇ ਹੋ, ਤੇ ਇਹ ਇੱਥੇ ਲੱਗੀ ਹੋਈ ਹੈ, ਇਹ ਵੀ ਤੁਸੀਂ ਦੇਖ ਸਕਦੇ ਹੋ। ਇਹ ਬਲੇਡਰ ਹੈ, ਠੀਕ ਹੈ, ਇੱਥੇ ਇਹ ਜਿਹੜੀ ਟਿਊਬ ਹੈ ਇਹ ਲਗਾਈ ਗਈ ਹੈ। ਨੈਕਸਟ ਦੇਖਦੇ ਹਾਂ ਆਪਾਂ ਲੌਂਗ ਟਰਮ ਇੰਡੀਵਿਲਿੰਗ ਕੈਥਰਸ ਹੁੰਦੀਆਂ ਨੇ। ਕੈਥਰ ਕੀ ਹੈ? ਇੱਕ ਇਨ ਦ ਪਲੇਸ ਫॉर ਅ ਪੀਰੀਅਡ